ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੇਰਾ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਇੱਕ ਬੜਾ ਹੀ ਇੰਪੋਰਟੈਂਟ ਰੀਜ਼ਨ ਹੈ, that is ਰਿਫਿਊਜ਼ਲ ਕਿਉਂ ਆਂਦੀ ਹੈ, ਕਿਹੜੇ ਰੀਜ਼ਨਸ ਕਰਕੇ ਆਂਦੀ ਹੈ ਐਂਡ ਕਿਹੜੀ ਚੀਜ਼ਾਂ ਨੂੰ ਆਪਾਂ ਕਰੈਕਟ ਕਰਕੇ ਫਾਈਲ ਫਿਰ ਤੋਂ ਲੌਂਚ ਕਰਕੇ ਅਪਰੂਵਲ ਦੇ ਵੱਲ ਲੈ ਕੇ ਜਾ ਸਕਦੇ ਹਾਂ। ਸੋ ਜਦ ਇੱਕ ਬੱਚਾ ਆਪਣੀ ਪ੍ਰੋਫਾਈਲ ਲੈ ਕੇ ਆਂਦਾ ਹੈ, ਸੋ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਉਹਦਾ ਜਿਹੜੀ ਲਾਸਟ ਉਹਨੇ ਐਜੂਕੇਸ਼ਨ ਕੀਤੀ ਹੋਈ ਹੈ ਉਹ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਕੋਰਸ ਅਸੀਂ ਉਹਨੂੰ ਕੈਨੇਡਾ ਜਾ ਕੇ ਦੇਣਾ ਚਾਹ ਰਹੇ ਹਾਂ ਉਹ ਪਿਛਲੀ ਪੜ੍ਹਾਈ ਨਾਲ ਰੈਲੇਵੈਂਟ ਹੈ ਕਿ ਨਹੀਂ ਹੈ, ਉਹਦਾ ਆਇਲਸ ਦਾ ਸਕੋਰ ਜੋ ਵੀ ਕੈਨੇਡੀਅਨ ਹਾਈ ਕਮਿਸ਼ਨ ਜਾਂ ਕਾਲਜ ਯੂਨੀਵਰਸਿਟੀ ਮੰਗਦਾ ਹੈ ਉਹਦੇ ਨਾਲ ਮੈਚ ਕਰਦਾ ਹੈ ਜਾਂ ਨਹੀਂ ਮੈਚ ਕਰਦਾ ਹੈ। ਐਂਡ ਤੀਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਅਪਗ੍ਰੇਡੇਸ਼ਨ, ਜਿਹੜੀ ਪੜ੍ਹਾਈ ਬੱਚੇ ਨੇ ਆਪਣੇ ਹੋਮ ਕੰਟਰੀ ਇੰਡੀਆ ਦੇ ਵਿੱਚ ਕੀਤੀ ਹੈ ਐਂਡ ਜਿਹੜਾ ਕੋਰਸ ਅਸੀਂ ਉਹਨੂੰ ਕੈਨੇਡਾ ਜਾ ਕੇ ਪੜ੍ਹਾਈ ਕਰਨ ਲਈ ਅੱਗੇ ਦੇ ਰਹੇ ਹਾਂ ਉਹ ਕੋਰਸ ਉਹਦੀ ਅਪਗ੍ਰੇਡੇਸ਼ਨ ਬਣਦਾ ਹੈ ਕਿ ਨਹੀਂ ਬਣਦਾ ਹੈ। ਇਹ ਤਿੰਨ ਰੀਜ਼ਨਸ ਬੜੇ ਮੇਜਰ ਰੀਜ਼ਨਸ ਆਉਂਦੇ ਹੈ ਤੁਹਾਡੀ ਪ੍ਰੋਫਾਈਲ ਬਿਲਡਿੰਗ ਦੇ ਵੱਲ, ਤੁਹਾਡੀ ਪ੍ਰੋਫਾਈਲ ਨੂੰ ਅਪਰੂਵਲ ਦੇ ਵੱਲ ਲੈ ਕੇ ਜਾਣ ਲਈ। ਸੋ ਜੇ ਮੈਂ ਐਗਜ਼ਾਮਪਲ ਲਵਾਂ, ਮੈਂ ਪਿਛਲੇ ਵੀਡੀਓ 'ਚ ਵੀ ਜਦ ਜਿਹੜੇ ਵੀਜ਼ਾ ਅਪਰੂਵਲਸ ਆਏ ਸੀ ਮੈਂ ਉਹਨਾਂ ਦੀ ਗੱਲ ਕੀਤੀ ਸੀ। ਸੋ ਇੱਕ ਸਾਡਾ ਸਟੂਡੈਂਟ ਸੀ ਵਜਿੰਦਰ, ਸੋ ਉਸ ਬੱਚੇ ਨੇ ਕੀਤੀ ਹੋਈ ਸੀ ਲਾਅ, ਪਰ ਜਿਹੜਾ ਉਹਦਾ ਵੀਜ਼ਾ ਅਪਰੂਵਲ ਆਇਆ ਹੈ ਉਹ ਆਇਆ ਹੈ HRM ਦੇ ਕੋਰਸ ਵਿੱਚ। ਤੁਹਾਨੂੰ ਸੁਣ ਕੇ ਲੱਗੇਗਾ ਕਿ ਲਾਅ ਦੇ ਬੱਚੇ ਨੇ HRM ਦੇ ਕੋਰਸ ਵਿੱਚ ਵੀਜ਼ਾ ਅਪਰੂਵਲ ਕਿਵੇਂ ਆ ਗਿਆ ਜਾਂ ਯੂਨੀਵਰਸਿਟੀ ਨੇ ਉਹਨੂੰ ਆਫਰ ਲੈਟਰ ਵੀ ਕਿਵੇਂ ਦਿੱਤੀ। ਬਟ ਇੱਥੇ ਆਂਦੀ ਹੈ ਤੁਹਾਡੀ ਪ੍ਰੋਫਾਈਲ ਬਿਲਡਿੰਗ। ਸੋ ਜਦ ਉਹ ਲਾਅ ਕਰ ਰਿਹਾ ਸੀ ਉਹਦਾ ਕੋਰ ਏਰੀਆ ਵਾਸ ਪਬਲਿਕ ਰਿਲੇਸ਼ਨ ਬਿਲਡਿੰਗ। ਸੋ ਜਦ ਤੁਸੀਂ ਇੱਕ ਪਬਲਿਕ ਦੇ ਵਿੱਚ ਕੰਮ ਕਰ ਰਹੇ ਹੋ, ਉਹਨਾਂ ਨੂੰ ਇਕੱਠੇ ਲੈ ਕੇ ਅੱਗੇ ਚੱਲ ਰਹੇ ਹੋ, ਉਹਨਾਂ ਦੀ ਬੇਸਿਕਲੀ ਉਹਨਾਂ ਨੂੰ ਇੱਕ ਐਸੋਸੀਏਸ਼ਨ ਵਾਂਗ ਤੁਸੀਂ ਕੰਮ ਕਰ ਰਹੇ ਹੋ। ਸੋ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਕਿਵੇਂ ਅੱਗੇ ਚੱਲ ਸਕਦੇ ਹੋ, ਕਿਵੇਂ ਪ੍ਰੋਗਰੈਸ਼ਨ ਵੱਲ ਜਾ ਸਕਦੇ ਹੋ। ਐਂਡ ਉਸੇ ਦੇ ਰੈਲੇਵੈਂਟ ਉਹਦਾ ਵਰਕ ਐਕਸਪੀਰੀਅੰਸ ਵੀ ਸੀ ਐਂਡ that is how we gave him HRM। ਅਸੀਂ ਲਾਅ ਦਾ ਕੋਰਸ ਵੀ ਦੇ ਸਕਦੇ ਸੀ ਬਟ ਬੱਚੇ ਦਾ ਏਰੀਆ ਆਫ ਇੰਟਰਸਟ ਵਾਸ ਟੁਵਰਡਸ ਮੈਨੇਜਮੈਂਟ। ਸੋ ਮੈਨੇਜਮੈਂਟ ਵਿੱਚ ਹੋਰ ਕੋਈ ਮੈਨੇਜਮੈਂਟ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਸਪਲਾਈ ਚੇਨ, ਇਹ ਸਭ ਆਫ ਕੋਰਸ ਬਿਲਕੁਲ ਰੈਲੇਵੈਂਟ ਨਹੀਂ ਬਣਦੇ ਸੀ। ਸੋ HRM ਬਿਕੋਜ਼ ਉਹਨਾਂ ਦਾ ਪਾਸਟ ਐਕਸਪੀਰੀਅੰਸ, ਉਹਦੀ ਪੜ੍ਹਾਈ, ਉਹਦਾ ਏਰੀਆ ਆਫ ਇੰਟਰਸਟ, ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ HRM ਦਿੱਤਾ ਐਂਡ ਉਹਦੇ ਬੇਸਿਸ ਤੇ ਅਸੀਂ ਉਹਦੀ SOP ਬਣਾਈ। ਬੈਂਡ ਸਕੋਰ ਆਫ ਕੋਰਸ ਬਿਲਕੁਲ ਠੀਕ ਸੀ, ਸਭ ਕੁਝ ਠੀਕ ਸੀ ਬੱਚੇ ਦਾ ਬਾਕੀ, ਐਂਡ ਉਹਦੇ ਬੇਸਿਸ ਤੇ ਬੱਚੇ ਦਾ ਵੀਜ਼ਾ ਅਪਰੂਵਲ ਆਇਆ ਐਂਡ ਅਰਾਊਂਡ 22 ਫੈਬਰਰੀ ਉਹ ਬੱਚਾ ਕੈਨੇਡਾ ਫਲਾਈ ਕਰ ਰਿਹਾ ਅੱਗੇ ਆਪਣੀ ਪੜ੍ਹਾਈ ਆਫਲਾਈਨ ਕਰਨ ਲਈ। ਸੋ ਇਸ ਕਰਕੇ ਮੈਂ ਐਗਜ਼ਾਮਪਲ ਸਪੈਸੀਫਿਕਲੀ ਕਿਉਂ ਲਿੱਤਾ ਹੈ, ਬਿਲਕੁਲ ਦੋ ਅਲੱਗ ਪ੍ਰੋਫਾਈਲਸ, ਲਾਅ ਹੋ ਗਿਆ, ਮੈਨੇਜਮੈਂਟ ਹੋ ਗਿਆ, ਹਿਊਮਨ ਰਿਸੋਰਸ ਮੈਨੇਜਮੈਂਟ ਕਿਵੇਂ ਰੈਲੇਵੈਂਸੀ ਬਣੀ। ਜਿਵੇਂ ਮੈਂ ਪਹਿਲੇ ਸ਼ੁਰੂ 'ਚ ਕਿਹਾ ਇਸ ਵੀਡੀਓ ਦੇ ਕਿ 3 ਪੁਆਇੰਟਸ ਸਭ ਤੋਂ ਇੰਪੋਰਟੈਂਟ, ਅਪਗ੍ਰੇਡੇਸ਼ਨ, ਰੈਲੇਵੈਂਸੀ, ਆਇਲਸ ਦਾ ਸਕੋਰ। ਸੋ ਇਹ ਸਾਰੀ ਚੀਜ਼ਾਂ ਜੇ ਤੁਹਾਡੀ ਔਨ ਪੁਆਇੰਟ ਹੈ, ਆਈ ਡੋਂਟ ਥਿੰਕ ਸੋ ਕਿ ਹਾਈ ਕਮਿਸ਼ਨ ਕੋਲ ਤੁਸੀਂ ਕੋਈ ਰੀਜ਼ਨ ਛੱਡ ਰਹੇ ਹੋ ਤੁਹਾਡੀ ਵੀਜ਼ਾ ਨਾ ਦੇਣ ਦਾ। ਸੋ ਪਲੀਜ਼ ਜਦ ਵੀ ਤੁਸੀਂ ਆਪਣੀ ਪ੍ਰੋਫਾਈਲ ਲੈ ਕੇ ਆਉਂਦੇ ਹੋ, ਕਿਸੇ ਕੋਲ ਵੀ ਲੈ ਕੇ ਆਉਂਦੇ ਹੋ, ਪਲੀਜ਼ ਇਸ ਚੀਜ਼ਾਂ ਦਾ ਧਿਆਨ ਤੁਸੀਂ ਆਪ ਰੱਖੋ। ਜਿਹੜਾ ਕੋਰਸ ਤੁਹਾਨੂੰ ਆਫਰ ਹੋ ਰਿਹਾ ਹੈ, ਪਿਛਲੀ ਪੜ੍ਹਾਈ ਕਿਵੇਂ ਹੈ ਤੁਹਾਡੀ ਉਹਦੇ ਨਾਲ, ਅੱਗੇ ਉਸ ਚੀਜ਼ ਦਾ ਕੀ ਸਕੋਪ ਹੈ ਵਾਪਸ ਤੁਹਾਡੀ ਹੋਮ ਕੰਟਰੀ ਦੇ ਵਿੱਚ, ਇਹ ਸਾਰੇ ਪੁਆਇੰਟਸ ਸਾਰੇ ਮਿਲ ਕੇ ਇਕੱਠੇ ਹੋ ਕੇ ਆਉਂਦੇ ਆ ਤੁਹਾਡੀ ਸਟੇਟਮੈਂਟ ਆਫ ਪਰਪਸ ਦੇ ਵਿੱਚ। ਸਟੇਟਮੈਂਟ ਆਫ ਪਰਪਸ ਵਿੱਚ ਇੱਕ ਬੱਚਾ ਪੂਰੀ ਆਪਣੀ ਬੇਸਿਕਲੀ ਆਪਣੀ ਇੱਕ ਜਿਵੇਂ ਕਹਿੰਦੇ ਆ ਕਿ ਐਜੂਕੇਸ਼ਨ ਦੀ ਕਥਾ ਲਿਖ ਦਿੰਦਾ ਹੈ ਕਿ ਕਿਵੇਂ ਬੱਚੇ ਨੇ ਆਪਣੀ ਪਿਛਲੀ ਪੜ੍ਹਾਈ ਕੀਤੀ, ਅੱਗੇ ਉਹ ਬੱਚਾ ਕਿਉਂ ਪੜ੍ਹਾਈ ਕਰਨਾ ਚਾਹ ਰਿਹਾ ਹੈ ਐਂਡ ਉਸ ਚੀਜ਼ ਦੇ ਗਲੋਬਲ ਲੈਵਲ ਤੇ ਜਾਂ ਇੰਡੀਆ ਦੇ ਵਿੱਚ ਕੀ ਸਕੋਪ ਹੈ। ਸੋ ਪਲੀਜ਼ ਇਹ ਸਾਰੀ ਚੀਜ਼ਾਂ ਨੂੰ ਧਿਆਨ ਰੱਖੋ ਐਂਡ ਉਸ ਅਕੋਰਡਿੰਗ ਹੀ ਆਪਣਾ ਅੱਗੇ ਵੀਜ਼ਾ ਪ੍ਰੋਸੈਸਿੰਗ ਕਰਾਓ, ਕਿਉਂਕਿ ਜੇ ਇੱਥੋਂ ਕੁਝ ਵੀ ਇੱਕ ਅੱਧੀ ਚੀਜ਼ ਸਾਡੀ ਪਲੱਸ ਮਾਈਨਸ ਹੋਗੀ ਫਿਰ ਸਾਡਾ ਰੀਜ਼ਨ ਆ ਜਾਊਗਾ ਰਿਫਿਊਜ਼ਲ ਤੇ ਸਾਡੇ ਕੇਸ ਆ ਕੇ ਰੁਕ ਜਾਏਗਾ। ਸੋ ਪਲੀਜ਼ ਇਹ 3 ਪੁਆਇੰਟਸ ਨੂੰ ਤੁਸੀਂ ਧਿਆਨ ਰੱਖੋ ਐਂਡ ਅਕੋਰਡਿੰਗਲੀ ਆਪਣੇ ਵੀਜ਼ਾ ਫਾਈਲ ਨੂੰ ਅੱਗੇ ਵਧਾਓ। ਸੈਕੰਡਲੀ ਮੈਂ ਕਿਉਂ ਇਸ ਚੀਜ਼ ਦੇ ਬਾਰੇ ਮੈਂ ਅੱਗੇ ਵੀ ਗੱਲ ਕਰੂੰਗੀ, ਜਿਹੜੇ ਬੱਚਿਆਂ ਦਾ ਰਿਫਿਊਜ਼ਲ ਆ ਚੁੱਕਿਆ ਹੈ, ਸੋ ਹੁਣ ਉਹ ਬੱਚੇ ਕੀ ਕਰਨ। ਸੋ ਪਲੀਜ਼ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਰਿਫਿਊਜ਼ਲ ਸਿਰਫ ਤੁਹਾਡੇ ਕੋਰਸ ਨੂੰ ਲੈ ਕੇ ਆਇਆ ਹੋਏ ਜਾਂ ਤੁਹਾਡਾ ਰਿਫਿਊਜ਼ਲ ਤੁਹਾਡੇ IELTS ਸਕੋਰ ਨੂੰ ਲੈ ਕੇ ਵੀ ਆਇਆ ਹੋ ਸਕਦਾ ਹੈ, ਤੁਹਾਡਾ ਰਿਫਿਊਜ਼ਲ ਤੁਹਾਡੇ ਸਟੇਟਮੈਂਟ ਆਫ ਪਰਪਸ ਨੂੰ ਲੈ ਕੇ ਵੀ ਆਇਆ ਹੋ ਸਕਦਾ ਹੈ। ਸੋ ਇਹ ਨਾ ਸੋਚੋ ਕਿ ਜੇ ਸਾਡਾ ਇੱਕ ਕੋਰਸ ਤੋਂ ਰਿਫਿਊਜ਼ਲ ਆ ਗਿਆ ਫਟਾਫਟ ਅਸੀਂ ਰਿਫੰਡ ਮੰਗਵਾ ਕੇ ਫਿਰ ਅੱਗੇ ਦੇਖੀਏ ਕੀ ਕਰਨਾ ਹੈ, ਨਹੀਂ। ਸੋ ਜਦ ਤੁਹਾਡਾ ਰਿਫਿਊਜ਼ਲ ਆਇਆ ਨਾਲ ਦੇ ਨਾਲ
ਪ੍ਰੋਫਾਈਲ ਆਪਣੀ ਇਵੈਲੂਏਟ ਕਰਾਓ। ਹੋ ਸਕਦਾ ਹੈ ਤੁਹਾਡਾ ਕੋਰਸ ਜ਼ਰੂਰ ਰੈਲੇਵੈਂਟ ਹੋਏ, ਬਟ ਉਹ ਜਸਟੀਫਿਕੇਸ਼ਨ ਕਿ ਤੁਸੀਂ ਉਹ ਕੋਰਸ ਕਿਉਂ ਕਰਨਾ ਚਾਹ ਰਹੇ ਹੋ ਐਂਡ ਇੰਡੀਆ ਦੇ ਵਿੱਚ ਉਸ ਕੋਰਸ ਦਾ ਕੀ ਸਕੋਪ ਹੈ, ਇਹ ਜੇ ਜਸਟੀਫਾਈਡ ਨਹੀਂ ਹੈ ਨਾ, ਇਹ ਵੀ ਰੀਜ਼ਨ ਇੱਕ ਬਣ ਜਾਂਦਾ ਹੈ ਰਿਫਿਊਜ਼ਲ ਦਾ। ਸੋ ਪਲੀਜ਼ ਰਿਫੰਡ ਮੰਗਵਾਉਣ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਫਿਰ ਤੋਂ ਇਵੈਲੂਏਟ ਕਰਾਓ। ਹੋ ਸਕਦਾ ਹੈ ਕਿ ਉਸੇ ਕੋਰਸ ਦੇ ਉੱਤੇ SOP ਵਧੀਆ ਬਣਾ ਕੇ ਤੁਹਾਡਾ ਫਿਊਚਰ ਪ੍ਰੋਸਪੈਕਟ ਵਧੀਆ ਦਿਖਾ ਕੇ ਐਂਡ IELTS ਦਾ ਸਕੋਰ ਜੇ ਥੋੜਾ ਜਿਹਾ ਘੱਟ ਵੱਧ ਹੈ, ਉਸ ਚੀਜ਼ ਨੂੰ ਇੰਪਰੂਵ ਕਰਕੇ ਤੁਹਾਡਾ ਉਸੇ ਕੋਰਸ ਦੇ ਵਿੱਚ ਉਸੇ ਕਾਲਜ ਦੇ ਵਿੱਚ ਵੀਜ਼ਾ ਅਪਰੂਵਲ ਆ ਸਕਦਾ ਹੈ। ਸੋ ਪਲੀਜ਼ ਜੇ ਕਿਸੇ ਦਾ ਵੀ ਰਿਫਿਊਜ਼ਲ ਆਇਆ ਹੋਇਆ ਹੈ, ਪਲੀਜ਼ ਰਿਫੰਡ ਮੰਗਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਆਪਣੀ ਪ੍ਰੋਫਾਈਲ ਅਸੈਸ ਕਰਾਓ ਐਂਡ ਅਕੋਰਡਿੰਗਲੀ ਹੋ ਸਕਦਾ ਉਸੇ ਕੋਰਸ ਵਿੱਚ ਤੁਹਾਡਾ ਅੱਗੇ ਵੱਧ ਜੇ ਇਰਰੈਲੇਵੈਂਸੀ ਹੈ ਤੁਹਾਡੇ ਕੋਰਸ ਦੇ ਵਿੱਚ, ਉਹਦੇ ਅਕੋਰਡਿੰਗ ਆਪਾਂ ਰਿਫੰਡ ਫਿਰ ਅੱਗੇ ਪ੍ਰੋਸੈਸ ਕਰ ਸਕਦੇ ਹਾਂ ਐਂਡ ਦੈਨ ਕਿਸੇ ਹੋਰ ਕਾਲਜ ਕੋਰਸ ਦੇ ਵਿੱਚ ਜੋ ਵੀ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਬੈਸਟ ਸੂਟਡ ਹੈ ਉਹਦੇ ਨਾਲ ਅੱਗੇ ਵੱਧ ਕੇ ਤੁਹਾਡਾ ਵੀਜ਼ਾ ਅਪਰੂਵਲ ਤੁਹਾਨੂੰ ਦਵਾ ਸਕਦੇ ਆ। ਸੋ ਜੇ ਇਹ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਕੋਈ ਵੀ ਡਾਊਟ ਹੈ, ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸਭ ਤੋਂ ਇੰਪੋਰਟੈਂਟ ਪ੍ਰੋਫਾਈਲ ਇਵੈਲੂਏਸ਼ਨ ਤੇ ਬੈਠ ਕੇ ਆਪਾਂ ਗੱਲ ਕਰ ਸਕਦੇ ਹਾਂ ਐਂਡ ਤੁਹਾਡੀ ਪ੍ਰੋਫਾਈਲ ਨੂੰ ਵੀਜ਼ਾ ਅਪਰੂਵਲ ਦੇ ਵੱਲ ਲੈ ਕੇ ਜਾ ਸਕਦੇ ਹਾਂ। ਥੈਂਕ ਯੂ।